ਭਾਵੇਂ ਅੱਜ ਵਿਸ਼ਵ ਭਰ ਵਿੱਚ ਸਿੱਖ ਹੀ ਇੱਕ ਅਜਿਹੀ ਕੌਮ ਮੰਨੀ ਜਾਂਦੀ ਹੈ ਜੋ ਸੋਹਣੇ ਤਰੀਕੇ ਨਾਲ ਆਪਣੇ ਕੇਸਾਂ ਨੂੰ ਦੋਹਰੀ ਦਸਤਾਰ ਨਾਲ ਢੱਕ ਕੇ ਰੱਖਦੇ ਹਨ। ਪਰ ਜੇਕਰ ਗੋਹ ਨਾਲ ਸਾਰੇ ਸੰਸਾਰ ਦੇ ਲੋਕਾਂ ਦੇ ਰਸਮਾਂ ਰਿਵਾਜਾਂ ਤੇ ਝਾਤੀ ਮਾਰੀ ਜਾਵੇ ਤਾਂ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਹ ਜ਼ਰੂਰ ਦਿਸ ਪਵੇਗਾ ਕਿ ਹਰ ਸਮਾਜ ਵਿੱਚ ਸਿਰ ਢੱਕ ਕੇ ਰੱਖਣ ਦੀ ਮਹੱਤਤਾ ਜ਼ਰੂਰ ਰਹੀ ਹੈ। ਦਸਤਾਰ ਫਾਰਸੀ ਸ਼ਬਦ ਦੁਲਬੰਦ ਤੋਂ ਉਪਜਿਆ ਹੈ, ਜੋ ਅੱਗੋਂ ਤੁਰਕੀ ਸ਼ਬਦ ਤਾਰਬੁਸ਼ ਤੋਂ ਵਿਕਸਿਤ ਹੋਇਆ ਹੈ, ਜਿਸ ਦਾ ਭਾਵ ਹੈ ਹੱਥਾਂ ਨਾਲ ਸਵਾਰ ਕੇ ਬਣਿਆ ਹੋਇਆ ਬਸਤਰ। ਦਸਤਾਰ ਲਈ ਵੱਖ-ਵੱਖ ਇਲਾਕਿਆਂ ਤੇ ਦੇਸ਼ਾਂ ਵਿੱਚ ਵੱਖੋ ਵੱਖਰੇ ਸ਼ਬਦ ਵਰਤੇ ਜਾਂਦੇ ਹਨ, ਜਿਵੇਂ ਪਗੜੀ, ਪੱਗ, ਸਾਫਾ, ਇਮਾਮਾ, ਦੁਮਾਲਾ, ਦਸਤਾਰਾ, ਚੀਰਾ, ਚਮਲਾ, ਉਬਸ਼ੀਕ, ਟਰਬਨ, ਤੁਰਬਾਂ, ਤੁਲੀਪਾਨ, ਸੁਰਬੰਦ ਆਦਿ। ਭਾਵੇਂ ਕਿ ਨਿਸ਼ਚਿਤ ਤੌਰ ਤੇ ਇਹ ਕਹਿਣਾ ਤਾਂ ਔਖਾ ਹੈ ਕਿ ਦਸਤਾਰ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ, ਪਰ ਇਤਿਹਾਸਕ ਪੱਖਾਂ ਨੂੰ ਵਾਚਦੇ ਹੋਏ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਸਤਾਰ ਦਾ ਮੁੱਢ ਈਸਾ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਬੱਝਦਾ ਹੈ। ਡਾਕਟਰ ਗੌਤਮ ਚੈਟਰਜੀ ਦੀ ਖੋਜ ਮੁਤਾਬਕ ਦਸਤਾਰ ਜਾਂ ਪਗੜੀ ਦੁਨੀਆ ਨੂੰ ਭਾਰਤ ਦੀ ਦੇਣ ਹੈ। ਇਸ ਦੇ ਸਭ ਤੋਂ ਪੁਰਾਣੇ ਪ੍ਰਮਾਣ ਸਾਂਚੀ, ਮਥੁਰਾ, ਮਹਾਬਲੀਪੁਰਮ, ਅਜੰਤਾ ਗੁਫਾਵਾਂ ਵਰਗੇ ਸਥਾਨਾਂ ਦੇ ਪੱਥਰਾਂ ਤੇ ਉਕਰੇ ਚਿੱਤਰਾਂ ਅਤੇ ਮੂਰਤੀਆਂ ਵਿੱਚ ਦਰਸਾਏ ਗਏ ਮਨੁੱਖਾਂ ਦੇ ਸਿਰਾਂ ਤੇ ਦਸਤਾਰਾਂ ਸੁਸ਼ੋਭਿਤ ਹੋਣ ਨਾਲ ਮਿਲਦੇ ਹਨ। ਪੌਰਾਣਿਕ ਪਰੰਪਰਾਵਾਂ ਅਨੁਸਾਰ ਦਸਤਾਰ ਬੰਨ੍ਹਣਾ ਪਵਿੱਤਰਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ। ਲਗਭਗ ਸਭੀ ਧਰਮਾਂ ਦੇ ਰਹਿਬਰਾਂ ਨੇ ਹਮੇਸ਼ਾ ਹੀ ਦਸਤਾਰ ਸਜਾਈ ਹੈ। ਹਜ਼ਰਤ ਮੁਹੰਮਦ ਸਾਹਿਬ ਆਪ ਖੁਦ ਸਿਰਫ ਪੱਗ ਬੰਨ੍ਹਦੇ ਹੀ ਨਹੀਂ ਸਨ, ਸਗੋਂ ਪੱਗਾਂ ਦਾ ਵਪਾਰ ਵੀ ਕਰਦੇ ਸਨ। ਬਾਈਬਲ ਵਿੱਚ ਵੀ ਦਸਤਾਰ ਦਾ ਜ਼ਿਕਰ ਅਨੇਕਾਂ ਵਾਰੀ ਆਉਂਦਾ ਹੈ, ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਈਸਾ ਮਸੀਹ ਤੋਂ 1300 ਸਾਲ ਪਹਿਲਾਂ ਤੋਂ ਯਹੂਦੀ ਤੇ ਇਜ਼ਰਾਈਲੀ ਲੋਕ ਪੱਗਾਂ ਸਜਾਉਂਦੇ ਸਨ ਤੇ ਇਹ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਸੀ। ਇਸੇ ਤਰ੍ਹਾਂ ਹਿੰਦੂ ਧਰਮ ਵਿੱਚ ਵੀ ਧਾਰਮਿਕ ਰਸਮਾਂ ਸਮੇਂ ਸਿਰ ਢੱਕਣ ਦਾ ਰਿਵਾਜ ਸੀ ਤੇ ਕੁਝ ਪ੍ਰਮੁੱਖ ਦਿਹਾੜਿਆਂ ਤੇ ਅੱਜ ਵੀ ਲੋਕ ਇਹਨਾਂ ਪਰੰਪਰਾਵਾਂ ਨੂੰ ਮੰਨਦੇ ਹਨ। ਪਰਿਆਂ ਵਿੱਚ ਜਿਸ ਦੀ ਦਸਤਾਰ ਲਹਿਜੇ, ਉਸ ਦਾ ਮੁੱਲ ਨਹੀਂ ਰਹਿੰਦਾ ਜੱਗ ਉੱਤੇ। ਸਿਹਰਾ ਕਦੇ ਵੀ ਟਿੰਡ ਤੇ ਵੱਜਦਾ ਨਹੀਂ, ਸਿਹਰਾ ਜਦੋਂ ਵੱਜੇ ਵੱਜੇ ਪੱਗ ਉੱਤੇ। ਪਰ ਜੇ ਗੱਲ ਸਿੱਖ ਧਰਮ ਦੀ ਕੀਤੀ ਜਾਏ ਤਾਂ ਸਿੱਖਾਂ ਲਈ ਦਸਤਾਰ ਜਾਂ ਪੱਗ ਬੰਨ੍ਹਣਾ ਕੋਈ ਰਿਵਾਜ ਜਾਂ ਪਰੰਪਰਾ ਨਹੀਂ, ਸਗੋਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤਾ ਤਾਜ ਹੈ, ਜੋ ਹਰ ਸਿੱਖ ਨੇ ਹਰ ਰੋਜ਼ ਆਪਣੇ ਕੇਸਾਂ ਦੀ ਸੰਭਾਲ ਲਈ ਸਿਰ ਉੱਤੇ ਸਜਾਉਣਾ ਹੈ। ਗੁਰੂ ਸਾਹਿਬਾਨਾਂ ਵੱਲੋਂ ਵੀ ਆਪਣੇ ਸਿੱਖ ਸੇਵਕਾਂ ਨੂੰ ਸਮੇਂ-ਸਮੇਂ ਤੇ ਦਸਤਾਰ ਦੇ ਸਿਰੋਪਾਓ ਦਿੱਤੇ ਜਾਂਦੇ ਸਨ, ਕਿਉਂਕਿ ਦਸਤਾਰ ਇੱਕ ਧਾਰਮਿਕ ਪਹਿਰਾਵਾ ਹੈ। ਇਸ ਲਈ ਸ਼ੁਰੂ ਤੋਂ ਹੀ ਇਹ ਸਭੀ ਗੁਰੂ ਸਾਹਿਬਾਨਾਂ ਦੇ ਪਹਿਰਾਵੇ ਦਾ ਮੁੱਖ ਅੰਗ ਰਹੀ ਹੈ। ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸਰਦਾਰੀ ਦੀ ਇਹ ਦਾਤ ਪ੍ਰਦਾਨ ਕਰਦੇ ਹੋਏ ਫਰਮਾਉਂਦੇ ਹਨ ਕਿ ਸ਼ੋਹਰਤ ਤੇ ਮਰਿਆਦਾ ਪੂਰਵਕ ਜੀਵਨ ਜਿਉਣ ਲਈ ਹਰ ਮਨੁੱਖ ਨੂੰ ਦਸਤਾਰ ਸਜਾਉਣੀ ਚਾਹੀਦੀ ਹੈ। ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਇੱਕ ਥਾਂ ਤੇ ਹੋਰ ਬਚਨ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਦੋਹਰੀ ਦਸਤਾਰ ਤਾਂ ਜੀਵਨ ਵਿੱਚ ਹਰ ਪ੍ਰਕਾਰ ਦੀ ਜਿੱਤ ਦਾ ਡੰਕਾ ਵਜਾਉਣ ਦਾ ਸੰਕੇਤ ਪ੍ਰਦਾਨ ਕਰਦੀ ਹੈ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰੀ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਦੁਆਰਾ ਗਾਈਆਂ ਜਾਂਦੀਆਂ ਵਾਰਾਂ ਵਿੱਚ ਵੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੋਹਣੀ ਦਸਤਾਰ ਦਾ ਖੁੱਲਾ ਡੁੱਲਾ ਵਰਣਨ ਹੁੰਦਾ ਹੈ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਰਚਨਹਾਰ ਤਾਂ 6ਵੇਂ ਪਾਤਸ਼ਾਹ ਜੀ ਦੀ ਦਸਤਾਰ ਦੇ ਦਰਸ਼ਨਾਂ ਵਿੱਚ ਅਕਾਲ ਪੁਰਖ ਦੇ ਹੀ ਦਰਸ਼ਨ ਕਰਨ ਦੀ ਉਪਮਾ ਕਰਦੇ ਹਨ। ਸ੍ਰੀ ਗੁਰ ਪਾਗ ਬਾਧੀ ਨਿਜ ਸੀਸ, ਦਿਖ ਸਭ ਹੀ ਤਬ ਭਏ ਜਗਦੀਸ। ਭਾਵੇਂ ਸਿੱਖਾਂ ਨੇ 6ਵੇਂ ਪਾਤਸ਼ਾਹ ਜੀ ਦੇ ਵੇਲੇ ਹੀ ਵਿਧੀ ਪੂਰਵਕ ਦਸਤਾਰ ਸਜਾ ਕੇ ਮੁਗਲਾਂ ਦੀ ਬਰਾਬਰੀ ਦਾ ਸਾਹਸ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ 1699 ਈਸਵੀ ਦੀ ਵਿਸਾਖੀ ਤੇ ਸਜਾਏ ਖਾਲਸਾ ਪੰਥ ਵਿੱਚ ਤਾਂ ਦਸਤਾਰ ਸਿੱਖ ਪੰਥ ਦੇ ਪਾਂਧਿਆਂ ਲਈ ਇੱਕ ਲਾਜ਼ਮੀ ਅੰਗ ਕਰਾਰ ਦਿੱਤੀ ਗਈ। ਗੁਰੂ ਪਾਤਸ਼ਾਹ ਜੀ ਵੱਲੋਂ ਹਰ ਸਿੱਖ ਨੂੰ ਇਹ ਹਿਦਾਇਤ ਕੀਤੀ ਗਈ ਕਿ ਉਹ ਆਪਣੇ ਕੇਸਾਂ ਦੀ ਸੰਭਾਲ ਲਈ ਦਸਤਾਰ ਜ਼ਰੂਰ ਸਜਾਏ। ਸਿੱਖ ਬਹੁਤ ਹੀ ਵਡਭਾਗੇ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕੇਸਾਂ ਅਤੇ ਦਸਤਾਰਾਂ ਦਾ ਸਤਿਕਾਰ ਕਰਨ ਦੀ ਹਿਦਾਇਤ ਕਰਕੇ ਸਰਦਾਰੀ ਬਖਸ਼ੀ ਹੈ ਅਤੇ ਇਲਾਹੀ ਮਾਣ ਤੇ ਸਤਿਕਾਰ ਦਾ ਭਾਗੀਦਾਰ ਬਣਾਇਆ ਹੈ।
ਅੱਜ ਇਸ ਦਸਤਾਰ ਸਦਕਾ ਹੀ ਕਰੋੜਾਂ ਦੀ ਭੀੜ ਵਿੱਚ ਇੱਕ ਸਿੱਖ ਆਪਣੀ ਵੱਖਰੀ ਪਛਾਣ ਰੱਖਦਾ ਹੈ। ਬਿਨਾਂ ਪੱਗ ਦੇ ਕਹਦੀ ਪਛਾਣ ਹੁੰਦੀ, ਹੋਵੇ ਆਦਮੀ ਭਾਵੇਂ ਲੱਖ ਹਜ਼ਾਰ ਜਾਂਦਾ, ਲੱਖਾਂ ਵਿੱਚੋਂ ਹੋਵੇ ਇੱਕੋ ਪੱਗ ਵਾਲਾ, ਲੋਕੀ ਆਖਦੇ ਉਹ ਸਰਦਾਰ ਜਾਂਦਾ। ਸਿੱਖ ਦੀ ਦਸਤਾਰ ਦੀ ਸਿਫਤ ਸਲਾਹ ਫਾਰਸੀ, ਅੰਗਰੇਜ਼ੀ, ਉਰਦੂ, ਹਿੰਦੀ ਆਦਿ ਭਾਸ਼ਾਵਾਂ ਦੇ ਲੇਖਕਾਂ ਨੇ ਖੂਬ ਸੁਚੱਜੇ ਢੰਗ ਨਾਲ ਕਲਮਬੰਦ ਕੀਤੀ ਹੈ। ਪਰ ਆਪਣੀ ਦਸਤਾਰ ਦੇ ਜਾਹੋ ਜਲਾਲ ਨੂੰ ਬਰਕਰਾਰ ਰੱਖਣ ਵਾਸਤੇ ਸਿੱਖਾਂ ਨੂੰ ਸੰਸਾਰ ਦੇ ਕਈ ਮੁਲਕਾਂ ਵਿੱਚ ਬਹੁਤ ਸੰਘਰਸ਼ ਵੀ ਕਰਨੇ ਪਏ, ਕਈ ਮੋਰਚੇ ਵੀ ਲਾਉਣੇ ਪਏ ਤੇ ਅਖੀਰ ਕਰੜੀ ਘਾਲਨਾਵਾਂ ਤੋਂ ਬਾਅਦ ਅਕਾਲ ਪੁਰਖ ਦੀ ਕਿਰਪਾ ਦੁਆਰਾ ਫਤਿਆਬੀਆਂ ਵੀ ਨਸੀਬ ਹੋਈਆਂ। ਵਿਦੇਸ਼ਾਂ ਵਿੱਚ ਤਾਂ ਕਈ ਅਣਗਿਣਤ ਐਸੇ ਸੰਘਰਸ਼ ਵੇਖਣ ਨੂੰ ਮਿਲੇ ਜੋ ਸਿੱਖਾਂ ਨੇ ਆਪਣੀ ਪਛਾਣ ਤੇ ਆਪਣੀ ਦਸਤਾਰ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਕੀਤੇ ਤੇ ਜਿੱਤ ਵੀ ਹਾਸਲ ਕੀਤੀ। ਪਰ ਭਾਰਤ ਵਿੱਚ ਹੋਏ ਸੰਘਰਸ਼ਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਤੇ ਉੱਘੇ ਸੁਤੰਤਰਤਾ ਸੰਗਰਾਮੀਏ ਬਾਬਾ ਖੜਕ ਸਿੰਘ ਜੀ ਦਾ ਸੰਘਰਸ਼ ਵੀ ਜ਼ਿਕਰਯੋਗ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਬੀਆਂ ਦੇ ਮੋਰਚੇ ਵਿੱਚ ਤਾਂ ਪਹਿਲਾਂ ਹੀ ਬਾਬਾ ਖੜਕ ਸਿੰਘ ਜੀ ਅੰਗਰੇਜ਼ਾਂ ਨੂੰ ਈਨ ਮਨਵਾ ਚੁੱਕੇ ਸਨ, ਜਿਸ ਲਈ ਮਹਾਤਮਾ ਗਾਂਧੀ ਨੇ ਖੁਦ ਬਾਬਾ ਜੀ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੀ ਜਿੱਤ ਵਜੋਂ ਵਧਾਈ ਦਾ ਪੱਤਰ ਲਿਖਿਆ ਸੀ। ਪਰ ਕੁਝ ਸਮੇਂ ਬਾਅਦ ਅੰਗਰੇਜ਼ ਸਰਕਾਰ ਵੱਲੋਂ ਆਪ ਜੀ ਨੂੰ ਡੇਰਾ ਗਾਜ਼ੀ ਖਾਂ ਦੀ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਸੀ, ਜਿੱਥੇ ਆਪ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਕਾਰਨ ਰੋਸ ਵਜੋਂ ਕਾਲੀ ਦਸਤਾਰ ਬੰਨ੍ਹਣ ਲਈ ਸਖਤ ਮੋਰਚਾ ਲਾਇਆ। ਅੰਗਰੇਜ਼ ਸਰਕਾਰ ਆਪ ਜੀ ਨੂੰ ਰੋਸ ਵਜੋਂ ਕਾਲੀ ਦਸਤਾਰ ਬੰਨ੍ਹਣ ਦੀ ਆਗਿਆ ਨਹੀਂ ਦੇ ਰਹੀ ਸੀ ਤੇ ਜਦੋਂ ਬਾਬਾ ਜੀ ਸਰਕਾਰ ਦੀ ਆਗਿਆ ਮੰਨਣੋਂ ਇਨਕਾਰੀ ਹੋਏ ਤਾਂ ਉਹਨਾਂ ਨੇ ਬਾਬਾ ਜੀ ਦੀ ਪੱਗ ਜ਼ਬਰਦਸਤੀ ਲਾਹ ਸੁੱਟੀ, ਜਿਸ ਤੋਂ ਬਾਅਦ ਸਰਕਾਰ ਦੀ ਇਸ ਘਟੀਆ ਹਰਕਤ ਦੇ ਰੋਸ ਵਜੋਂ ਬਾਬਾ ਖੜਕ ਸਿੰਘ ਜੀ ਨੇ ਜੇਲ੍ਹ ਵਿੱਚ ਇੱਕ ਕਛਹਿਰੇ ਤੋਂ ਛੁੱਟ ਆਪਣੇ ਬਾਕੀ ਬਸਤਰਾਂ ਦਾ ਤਿਆਗ ਕਰ ਦਿੱਤਾ। ਬਾਬਾ ਜੀ ਨੇ ਕਈ ਸਰਦੀਆਂ ਤੇ ਕਈ ਗਰਮੀਆਂ ਜੇਲ੍ਹ ਅੰਦਰ ਇੱਕ ਕਛਹਿਰਾ ਪਾ ਕੇ ਕੱਟੇ ਤੇ ਆਪਣੇ ਇਸ ਐਲਾਨ ਤੇ ਹੀ ਦ੍ਰਿੜ ਰਹੇ ਕਿ ਉਹ ਆਪਣੇ ਤਨ ਤੇ ਬਸਤਰ ਉਦੋਂ ਹੀ ਪਹਿਨਣਗੇ ਜਦੋਂ ਉਹਨਾਂ ਨੂੰ ਕਾਲੀ ਦਸਤਾਰ ਸਜਾਉਣ ਦੀ ਖੁੱਲ੍ਹ ਹੋਵੇਗੀ। ਜੇਲ੍ਹ ਵਿੱਚ ਬਾਬਾ ਖੜਕ ਸਿੰਘ ਜੀ ਦਾ ਇਹ ਮੋਰਚਾ 5.5 ਸਾਲ ਤੱਕ ਜਾਰੀ ਰਿਹਾ। ਅੰਤ ਬਾਬਾ ਜੀ ਦੇ ਸਮਰਥਨ ਵਿੱਚ ਪੰਜਾਬ ਵਿਧਾਨ ਸਭਾ ਨੇ 1927 ਈਸਵੀ ਵਿੱਚ ਮਤਾ ਪਾਸ ਕੀਤਾ ਤੇ ਸਿੱਟੇ ਵਜੋਂ ਸਰਕਾਰ ਨੂੰ ਬਿਨਾਂ ਕਿਸੇ ਸ਼ਰਤ ਬਾਬਾ ਜੀ ਨੂੰ ਛੱਡਣਾ ਪਿਆ ਤੇ ਇਸ ਤਰ੍ਹਾਂ ਆਜ਼ਾਦੀ ਲਈ ਜੂਝਦਾ ਇਹ ਮਰਜੀਵੜਾ ਗੁਰਸਿੱਖ ਜੇਲ੍ਹ ਵਿੱਚੋਂ ਕਾਲੇ ਰੰਗ ਦੀ ਦਸਤਾਰ ਸਜਾ ਕੇ ਹੀ ਬਾਹਰ ਨਿਕਲਿਆ ਤੇ ਹਰ ਪਾਸੇ ਇਸ ਸੂਰਬੀਰ ਦੀ ਅੰਗਰੇਜ਼ ਸਰਕਾਰ ਸਾਹਮਣੇ ਹੋਈ ਇਸ ਦੂਜੀ ਜਿੱਤ ਦੀ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਇੰਜ 5.5 ਸਾਲ ਬੇਸ਼ੁਮਾਰ ਕਸ਼ਟ ਚੱਲ ਕੇ ਵੀ ਬਾਬਾ ਖੜਕ ਸਿੰਘ ਜੀ ਨੇ ਅੰਗਰੇਜ਼ ਸਰਕਾਰ ਵੱਲੋਂ ਕੀਤੀ ਆਪਣੀ ਦਸਤਾਰ ਦੀ ਬੇਪੱਤੀ ਦਾ ਜਵਾਬ ਦਿੰਦੇ ਹੋਏ ਆਪਣੀ ਮਰਜ਼ੀ ਦੇ ਰੰਗ ਦੀ ਦਸਤਾਰ ਬੰਨਣ ਸੰਬੰਧੀ ਕਾਮਯਾਬੀ ਪ੍ਰਾਪਤ ਕੀਤੀ। ਇਸ ਲਾਮਿਸਾਲ ਕਾਰਨਾਮੇ ਉੱਤੇ ਇਤਿਹਾਸ ਅੱਜ ਵੀ ਬਾਬਾ ਖੜਕ ਸਿੰਘ ਜੀ ਤੇ ਬੜਾ ਫਖਰ ਕਰਦਾ ਹੈ ਤੇ ਉਹਨਾਂ ਦੇ ਸਤਿਕਾਰ ਵਿੱਚ ਨਵੀਂ ਦਿੱਲੀ ਵਿਖੇ ਇੱਕ ਪ੍ਰਮੁੱਖ ਸੜਕ ਦਾ ਨਾਂ ਵੀ ਬਾਬਾ ਖੜਕ ਸਿੰਘ ਮਾਰਗ ਰੱਖਿਆ ਗਿਆ ਹੈ। ਦਸਤਾਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਇਸ ਘਟਨਾ ਦਾ ਜ਼ਿਕਰ ਵੀ ਬਣਦਾ ਹੈ। ਸ਼ਹੀਦ ਭਗਤ ਸਿੰਘ ਜੀ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਜੇਲ੍ਹ ਵਿੱਚ ਉਹਨਾਂ ਦੀ ਮੁਲਾਕਾਤ ਭਾਈ ਰਣਧੀਰ ਸਿੰਘ ਜੀ ਨਾਲ ਹੋਈ। ਭਾਈ ਸਾਹਿਬ ਜੀ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਤੁਹਾਡੀ ਕੁਰਬਾਨੀ ਤੇ ਸਾਰਾ ਭਾਰਤ ਹਮੇਸ਼ਾ ਹੀ ਤੁਹਾਡੇ ਤੇ ਮਾਣ ਕਰੇਗਾ, ਪਰ ਕੀ ਕੇਸ ਕਤਲ ਕਰਵਾ ਕੇ ਜਦੋਂ ਤੁਸੀਂ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋਵੋਗੇ ਤਾਂ ਕੀ ਉੱਥੇ ਤੁਹਾਨੂੰ ਸ਼ਰਮਸਾਰ ਨਹੀਂ ਹੋਣਾ ਪਵੇਗਾ? ਇਤਨਾ ਮਹਾਨ ਸ਼ਹੀਦ ਆਪਣੇ ਗੁਰੂ ਨਾਲ ਕਿਵੇਂ ਅੱਖਾਂ ਮਿਲਾਏਗਾ ਤੇ ਸਿੱਖ ਇਤਿਹਾਸ ਵਿੱਚ ਤੁਹਾਡਾ ਕੀ ਰੁਤਬਾ ਹੋਵੇਗਾ? ਇਹ ਸਭ ਸੁਣ ਕੇ ਸ਼ਹੀਦ ਭਗਤ ਸਿੰਘ ਜੀ ਨੇ ਉਸੇ ਵੇਲੇ ਪ੍ਰਣ ਕੀਤਾ ਕਿ ਉਹ ਕੇਸਾਂ ਦੀ ਸੰਭਾਲ ਕਰ ਦਸਤਾਰ ਸਜਾ ਕੇ ਗੁਰੂ ਦੇ ਬਣ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣਗੇ। ਸ਼ਹੀਦ ਭਗਤ ਸਿੰਘ ਜੀ ਤੇ ਸਰਦਾਰ ਖੜਕ ਸਿੰਘ ਜੀ ਵੱਲੋਂ ਦਸਤਾਰ ਦੇ ਸਤਿਕਾਰ ਨਾਲ ਜੁੜੀਆਂ ਇਹਨਾਂ ਅਹਿਮ ਘਟਨਾਵਾਂ ਤੋਂ ਬਾਅਦ 2020-21 ਵਿੱਚ ਹੋਏ ਕਿਸਾਨੀ ਅੰਦੋਲਨ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਵੀ ਜ਼ਿਕਰਯੋਗ ਹੈ, ਜੋ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹਰ ਹਾਲ 'ਚ ਆਪਣੇ ਸਿੱਖੀ ਜਜ਼ਬੇ ਉੱਤੇ ਕਾਇਮ ਰਹਿਣ ਲਈ ਪ੍ਰੇਰਨਾ ਸਰੋਤ ਹੈ। ਇੱਕ ਨੌਜਵਾਨ ਵੀਰ ਭਾਈ ਜਗਸੀਰ ਸਿੰਘ ਜੀ ਪੰਧੇਰ, ਜੋ ਕਿ ਪਿੰਡ ਪੰਧੇਰ, ਜ਼ਿਲ੍ਹਾ ਬਰਨਾਲਾ, ਪੰਜਾਬ ਦੇ ਵਾਸੀ ਹਨ, 26 ਜਨਵਰੀ 2021 ਵਾਲੇ ਦਿਨ ਹੋਈ ਟਰੈਕਟਰ ਪਰੇਡ ਵਿੱਚ ਭੀੜ ਨੂੰ ਕਾਬੂ ਕਰਦੇ ਹੋਏ
ਪੁਲਿਸ ਨੇ ਵੀਰ ਜਗਸੀਰ ਸਿੰਘ ਤੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਤੇ ਵੇਖਦੇ ਹੀ ਵੇਖਦੇ ਲਗਭਗ 40-50 ਦੀ ਭੀੜ ਦੁਆਰਾ ਵੀਰ ਜਗਸੀਰ ਸਿੰਘ ਨੂੰ ਘੇਰ ਕੇ ਉਹਨਾਂ ਉੱਪਰ ਅਤ ਦਾ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਸਿਰ ਤੇ ਡੰਡਿਆਂ ਨਾਲ ਵਾਰ ਕੀਤਾ ਗਿਆ ਤੇ ਇਸ ਸਭ ਵਿੱਚ ਉਹਨਾਂ ਦੀ ਦਸਤਾਰ ਲਹਿ ਗਈ। ਕੇਸਾਂ ਤੇ ਦਸਤਾਰ ਦੀ ਹੋਈ ਇਸ ਬੇਦਬੀ ਨੂੰ ਨਾ ਸਹਾਰਦੇ ਹੋਏ ਗੁਰੂ ਪਾਤਸ਼ਾਹ ਜੀ ਦਾ ਇਹ ਸ਼ੇਰ ਕੱਲਾ ਹੀ ਇੰਨੀ ਭੀੜ ਦੇ ਸਾਹਮਣੇ ਡਟਿਆ ਰਿਹਾ ਤੇ ਉਹ ਇੱਕੋ ਗੱਲ ਕਹਿੰਦੇ ਰਹੇ ਕਿ ਭਾਵੇਂ ਜਿੰਨਾ ਮਰਜ਼ੀ ਕੁੱਟ ਲਓ ਪਰ ਮੈਂ ਇੱਥੋਂ ਆਪਣੀ ਪੱਗ ਲੈ ਕੇ ਹੀ ਜਾਣੀ ਹੈ। ਭਾਈ ਜਗਸੀਰ ਸਿੰਘ ਜੀ ਆਪਣੀ ਦਸਤਾਰ ਲੈ ਕੇ ਜਾਣ ਲਈ ਖੂਨ ਨਾਲ ਲਥਪਥ ਉੱਥੇ ਹੀ ਡਟੇ ਰਹੇ ਤੇ ਅਤ ਦਾ ਜ਼ੁਲਮ ਆਪਣੇ ਉੱਪਰ ਬਰਦਾਸ਼ਤ ਕਰਦੇ ਰਹੇ। ਅਖੀਰ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਬਲ ਕਾਰਨ ਇਸ ਸ਼ੇਰ ਦੀ ਦਹਾੜ ਆਪਣੀ ਦਸਤਾਰ ਬਾਇੱਜ਼ਤ ਵਾਪਸ ਲੈ ਕੇ ਹੀ ਰੁਕੀ। ਅੱਜ ਸਾਨੂੰ ਸਭ ਨੂੰ ਵੀ ਆਪਣੀ ਦਸਤਾਰ ਦੇ ਸਤਿਕਾਰ ਵਿੱਚ ਵੀਰ ਜਗਸੀਰ ਸਿੰਘ ਜੀ ਵਾਂਗੂ ਡਟ ਕੇ ਖੜਨ ਦੀ ਲੋੜ ਹੈ, ਜਿਨ੍ਹਾਂ ਨੇ ਅੱਜ ਸਮੁੱਚੇ ਸੰਸਾਰ ਸਾਹਮਣੇ ਆਪਣੀ ਕੌਮ ਦੀ ਰਾਖੀ ਲਈ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਇੱਕ ਸਿੱਖ ਲਈ ਦਸਤਾਰ ਆਪਣੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਬਹੁਤ ਹੀ ਅਣਮੁੱਲਾ ਤਾਜ ਹੈ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਬਾਦਸ਼ਾਹ ਕੁਰਸੀ ਤੇ ਬੈਠਦਾ ਸੀ ਤਾਂ ਉਸ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ, ਪਰ ਵਿਸ਼ਵ ਭਰ ਵਿੱਚ ਸਿਰਫ ਸਿੱਖ ਕੌਮ ਹੀ ਹੈ ਜੋ ਆਪਣੇ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਹਰ ਦਿਨ ਆਪਣੇ ਸੀਸ ਤੇ ਦਸਤਾਰ ਰੂਪੀ ਤਾਜ ਸਜਾਉਂਦੀ ਹੈ। ਸਿੱਖਾਂ ਲਈ ਜੇਕਰ ਕੇਸ ਗੁਰੂ ਜੀ ਦੀ ਮੋਹਰ ਹਨ ਤਾਂ ਦਸਤਾਰ ਸਿੱਖ ਦੇ ਸੀਸ ਤੇ ਗੁਰੂ ਜੀ ਦੀ ਪਾਵਨ ਪਵਿੱਤਰ ਹਸਤੀ ਦਾ ਨਿਸ਼ਾਨ ਸਾਹਿਬ ਹੈ। ਇਹ ਇੱਕ ਸਿੱਖ ਦੀ ਸਰਦਾਰੀ ਹੈ, ਸਿੱਖ ਦਾ ਸਤਕਾਰ ਹੈ। ਦਸਤਾਰ ਬਿਨਾਂ ਸਿੱਖਾਂ ਦਾ ਇੱਕ ਪਲ ਵੀ ਨਹੀਂ ਲੰਘ ਸਕਦਾ। ਇਸੇ ਲਈ ਸਿੱਖ ਘਰਾਣਿਆਂ ਵਿੱਚ ਬਚਪਨ ਤੋਂ ਹੀ ਬੱਚਿਆਂ ਨੂੰ ਦਸਤਾਰਬੰਦੀ ਦੀ ਰਸਮ ਦੁਆਰਾ ਦਸਤਾਰ ਦਾ ਸਤਕਾਰ ਕਰਨਾ ਸਿਖਾਇਆ ਜਾਂਦਾ ਹੈ। ਈਰਾਨੀ ਸ਼ਾਇਰ ਸ਼ੇਖ ਸਾਦੀ ਤਾਂ ਦਸਤਾਰ ਨੂੰ ਇਖਲਾਕ ਅਤੇ ਆਚਰਣ ਦਾ ਚਿੰਨ੍ਹ ਮੰਨਦੇ ਹਨ। ਦਸਤਾਰ ਦੀ ਮਹੱਤਤਾ ਨੂੰ ਹੋਰ ਦ੍ਰਿੜ ਕਰਵਾਉਣ ਲਈ ਰਹਿਤਨਾਮਿਆਂ ਵਿੱਚ ਵੀ ਇਸ ਨੂੰ ਸਾਫ਼ ਸੁਥਰਾ ਤੇ ਸਤਿਕਾਰ ਨਾਲ ਰੱਖਣ ਦੇ ਹਵਾਲੇ ਮਿਲਦੇ ਹਨ ਅਤੇ ਮਰਿਆਦਾ ਦੇ ਉਲਟ ਚੱਲਣ ਵਾਲਾ ਤਨਖਾਹੀਆ ਭਾਵ ਦੰਡ ਦਾ ਅਧਿਕਾਰੀ ਮੰਨਿਆ ਜਾਂਦਾ ਹੈ। ਪੰਥ ਪ੍ਰਕਾਸ਼ ਮੁਤਾਬਕ ਪੂਰਨ ਗੁਰਸਿੱਖਾਂ ਦੀ ਇਹ ਮਰਿਆਦਾ ਹੈ ਕਿ ਦਸਤਾਰ ਹਮੇਸ਼ਾ ਖੜੇ ਹੋ ਕੇ ਸਜਾਉਣੀ ਚਾਹੀਦੀ ਹੈ। ਸਵਾ ਪਹਿਰ ਨਿਤ ਕਰੇ ਇਸ਼ਨਾਨ, ਬਾਣੀ ਪੜ੍ਹੈ ਖੜ ਪੱਗ ਬੰਧਾਨ। ਰਹਿਤਨਾਮਾ ਭਾਈ ਦੇਸਾ ਸਿੰਘ ਜੀ ਮੁਤਾਬਕ ਦਸਤਾਰ ਹਮੇਸ਼ਾ 2 ਵੇਲੇ ਸਜਾਉਣੀ ਚਾਹੀਦੀ ਹੈ, ਇੱਕ ਸਵੇਰੇ ਦਾ ਇਸ਼ਨਾਨ ਕਰਕੇ ਤੇ ਦੂਜਾ ਤ੍ਰਿਕਾਲਾਂ ਵੇਲੇ ਕੰਘਾ ਕਰਕੇ। ਪ੍ਰਾਤ ਇਸ਼ਨਾਨ ਜਤਨ ਸੋ ਸਾਧੇ, ਕੰਘਾ ਕਰਦ ਦਸਤਾਰੇ ਬਾਂਧੇ। 4 ਘੜੀ ਜਬ ਦਿਵਸ ਰਹਾਈ, 5 ਇਸ਼ਨਾਨਾ ਪੁਨਹ ਕਰਾਈ। ਕੰਘਾ ਕਰਦ ਦਸਤਾਰ ਸਜਾਵੇ, ਇਹੀ ਰਹਿਤ ਸਿੰਘਨ ਸੋ ਪਾਵੇ। ਤਨਖਾਨਾਮਾ ਭਾਈ ਨੰਦ ਲਾਲ ਜੀ ਮੁਤਾਬਕ ਕੰਘਾ ਦੋਨੋਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ। ਸਿੰਘ ਤੇ ਸਿੰਘਣੀ ਨੂੰ ਹਮੇਸ਼ਾ ਸਿਰ ਢੱਕ ਕੇ ਰੱਖਣ ਦੀ ਹਿਦਾਇਤ ਹੈ, ਭਾਵ ਕਦੇ ਵੀ ਸਿਰ ਨੰਗਾ ਨਹੀਂ ਰੱਖਣਾ ਚਾਹੀਦਾ। ਨੰਗੇ ਸਿਰ ਭੋਜਨ ਵੀ ਨਹੀਂ ਕਰਨਾ। ਰਾਤ ਸੌਣ ਵੇਲੇ ਵੀ ਕੇਸਕੀ ਭਾਵ ਛੋਟੀ ਦਸਤਾਰ ਸਜਾਉਣ ਦਾ ਹੁਕਮ ਹੈ, ਪਰ ਨੰਗੇ ਸਿਰ ਨਹੀਂ ਰਹਿਣਾ। ਤਨਖਾਨਾਮਾ ਭਾਈ ਨੰਦ ਲਾਲ ਜੀ ਮੁਤਾਬਕ ਨਗਨ ਹੋਏ ਬਾਹਰ ਫਿਰਹਿ, ਨਗਨ ਸੀਸ ਜੋ ਖਾਏ। ਨਗਨ ਪ੍ਰਸਾਦ ਜੋ ਬਾਟਹੀ, ਤਨਖਾਹੀ ਬੜੋ ਕਹਾਏ। ਦਸਤਾਰ ਹਮੇਸ਼ਾ ਇੱਕ ਲੜ ਖੋਲ ਕੇ ਹੀ ਉਤਾਰਨੀ ਚਾਹੀਦੀ ਹੈ। ਇੱਕੋ ਵਾਰ ਟੋਪੀ ਵਾਂਗ ਉਤਾਰਨੀ ਵਰਜਿਤ ਹੈ। ਹਰ ਸਿੱਖ ਨੂੰ ਹਰ ਵਾਰੀ ਦਸਤਾਰ ਖੋਲ ਕੇ ਨਵੇਂ ਸਿਰਿਓਂ ਬੰਨਣ ਦਾ ਹੁਕਮ ਹੈ। ਟੋਪੀ ਵਾਂਗ ਉਵੇਂ ਹੀ ਸਿਰ ਤੇ ਨਹੀਂ ਰੱਖ ਲੈਣੀ ਚਾਹੀਦੀ। ਅਜਿਹਾ ਕਰਨਾ ਦਸਤਾਰ ਦਾ ਅਪਮਾਨ ਹੈ, ਕਿਉਂਕਿ ਦਸਤਾਰ ਕੋਈ ਟੋਪੀ ਜਾਂ ਹੈਟ ਨਹੀਂ, ਸਗੋਂ ਇੱਕ ਸਿੱਖ ਦੀ ਪਛਾਣ ਹੈ, ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੀ ਅਣਮੁੱਲੀ ਦਾਤ ਹੈ। ਟੋਪੀ ਗੁਲਾਮੀ ਦੀ ਨਿਸ਼ਾਨੀ ਹੈ, ਜਿਸ ਦਾ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਖੰਡਨ ਕੀਤਾ ਗਿਆ ਹੈ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਮੁਤਾਬਕ ਸਿੱਖ ਹੋਏ ਸਿਰ ਟੋਪੀ ਧਰੈ, 7 ਜਨਮ ਕੁਸ਼ਟੀ ਹੋਏ ਮਰੈ। ਸਿੱਖ ਧਰਮ ਵਿੱਚ ਦਸਤਾਰ ਦੇ ਕਈ ਵੱਖ-ਵੱਖ ਤੇ ਬਹੁਤ ਹੀ ਸੋਹਣੇ ਰੂਪ ਵੀ ਵੇਖਣ ਨੂੰ ਮਿਲਦੇ ਹਨ, ਜੋ ਕਈ ਸਿੱਖ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਜਿਵੇਂ ਨਿਹੰਗ ਸਿੰਘਾਂ ਵੱਲੋਂ ਸਜਾਏ ਦਸਤਾਰੇ ਜਾਂ ਦੁਮਾਲੇ ਖਾਸ ਖਿੱਚ ਦਾ ਕੇਂਦਰ ਹੁੰਦੇ ਹਨ। ਇਹ ਦਸਤਾਰੇ ਕਈ ਵਾਰੀ 2 ਫੁੱਟ ਤੋਂ ਵੀ ਵੱਧ ਉੱਚੇ ਹੁੰਦੇ ਹਨ, ਜਿਨ੍ਹਾਂ ਤੇ ਵੱਖ-ਵੱਖ ਪ੍ਰਕਾਰ ਦੇ ਸੋਹਣੇ ਸ਼ਸਤਰ ਵੀ ਸਜਾਏ ਜਾਂਦੇ ਹਨ। ਦੂਜੀ ਗੁਰਮੁਖੀ ਦਸਤਾਰ, ਜਿਹਨੂੰ ਸੁੱਚੀ ਪੱਗ ਜਾਂ ਸੁੱਚੀ ਦਸਤਾਰ ਵੀ ਕਿਹਾ ਜਾਂਦਾ ਹੈ,
ਇਹ ਅਕਸਰ ਅਸੀਂ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨਾਂ ਨੂੰ ਬੰਨੀ ਵੇਖਦੇ ਹਾਂ, ਜੋ ਇੱਕ ਵੱਖਰੇ ਹੀ ਰੌਬ ਨਾਲ ਇੱਕ ਵੱਖਰੀ ਹੀ ਖਿੱਚ ਦਾ ਕੇਂਦਰ ਹੁੰਦੀ ਹੈ। ਸਿੱਖ ਨੌਜਵਾਨਾਂ ਵਿੱਚ ਪਟਿਆਲਾ ਸ਼ਾਹੀ ਪੱਗ ਦਾ ਵੀ ਕਾਫੀ ਚਲਨ ਹੈ, ਜਿਸ ਦਾ ਮੁੱਢ ਪਟਿਆਲਾ ਦੇ ਸ਼ਾਹੀ ਘਰਾਣੇ ਤੋਂ ਵੱਜਦਾ ਹੈ। ਇੱਦਾਂ ਹੀ ਹੋਰ ਵੀ ਕਈ ਕਿਸਮਾਂ ਦੀਆਂ ਦਸਤਾਰਾਂ ਹਨ ਜੋ ਸਿੱਖਾਂ ਵਿੱਚ ਪ੍ਰਚਲਿਤ ਹਨ ਅਤੇ ਜੋ ਸਿੱਖਾਂ ਦੀ ਇੱਕ ਵੱਖਰੀ ਤੇ ਸੋਹਣੀ ਦਿੱਖ ਦਾ ਕਾਰਨ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਆਪਣਾ ਸਰਬੰਸ ਵਾਰ ਕੇ ਅਤੇ ਗੁਰੂ ਪਾਤਸ਼ਾਹ ਜੀ ਦੇ ਸਿੰਘਾਂ ਸਿੰਘਣੀਆਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਖਾਲਸੇ ਨੂੰ ਦਸਤਾਰ ਰੂਪੀ ਸਰਦਾਰੀ ਦੀ ਦਾਤ ਮਿਲੀ ਹੈ। ਸਿੱਖਾਂ ਲਈ ਕੇਸਾਂ ਤੇ ਦਸਤਾਰਾਂ ਦਾ ਆਪਸੀ ਰਿਸ਼ਤਾ ਅਨਿੱਖੜਵਾਂ ਤੇ ਅਟੁੱਟ ਹੈ, ਜੋ ਸਿੱਖਾਂ ਨੂੰ ਆਪਣੇ ਸਵਾਸਾਂ ਨਾਲੋਂ ਵੀ ਵੱਧ ਪਿਆਰਾ ਹੈ। ਇਹ ਕੇਸ ਅਤੇ ਉਹਨਾਂ ਉੱਤੇ ਬੱਜੀ ਦਸਤਾਰ ਹੀ ਸਿੱਖਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ। ਸਾਬਤ ਸੂਰਤ ਸੋਹਣੀ ਬਖਸ਼ ਦਿੱਤੀ, ਆਪ ਗੁਰੂਆਂ ਨੇ ਸਾਬਤ ਕਿਰਦਾਰ ਵਿੱਚੋਂ, ਸਿੱਖੀ ਚਮਕਦੀ ਤੇਰੀ ਨੁਹਾਰ ਵਿੱਚੋਂ, ਸਿੱਖੀ ਬੋਲਦੀ ਤੇਰੀ ਦਸਤਾਰ ਵਿੱਚੋਂ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਾਂ ਸ੍ਰੀ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਦਸਤਾਰ ਦੇ ਮੁਕਾਬਲੇ ਕਰਾਇਆ ਕਰਦੇ ਸਨ ਤੇ ਅੱਗੋਂ ਗੁਰੂ ਪਿਤਾ ਜੀ ਦੀ ਸਿੱਖਿਆ ਦੇ ਪਾਂਦੀ ਬਣਦੇ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਵੀ ਦਸਤਾਰ ਨੂੰ ਸਿੱਖਾਂ ਦੇ ਸਿਰ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਿਹਰ ਸਮਝਦੇ ਸਨ ਅਤੇ ਦਸਤਾਰ ਨੂੰ ਸਤਿਕਾਰ ਤੇ ਮਹੱਤਤਾ ਦਿੰਦੇ ਹੋਏ ਆਪਣੇ ਰਾਜਕਾਲ ਵਿੱਚ ਸੋਹਣੀ ਦਸਤਾਰ ਸਜਾਉਣ ਵਾਲਿਆਂ ਨੂੰ ਇਨਾਮ ਦਿਆ ਕਰਦੇ ਸਨ। ਸਿੱਖ ਆਪਣੇ ਲਈ ਤਾਂ ਆਪਣੀ ਦਸਤਾਰ ਨੂੰ ਇੱਕ ਪਵਿੱਤਰ ਤੇ ਬਹੁਮੁੱਲਾ ਪਹਿਰਾਵਾ ਸਮਝਦੇ ਹੀ ਹਨ, ਪਰ ਉਹ ਦੁਸ਼ਮਣਾਂ ਦੀਆਂ ਪੱਗਾਂ ਦੀ ਬੇਪੱਤੀ ਵੀ ਕਦੇ ਨਹੀਂ ਕਰਦੇ। ਗੁਰੂ ਦਾ ਸਿੱਖ ਸਿਰਫ ਆਪਣੇ ਗੁਰੂ ਦੇ ਹੁਕਮ ਵਿੱਚ ਦਸਤਾਰ ਸਜਾਉਂਦਾ ਹੈ, ਨਾ ਕਿ ਕਿਸੇ ਨਫੇ ਨੁਕਸਾਨ ਜਾਂ ਰੀਤੀ ਰਿਵਾਜ ਕਾਰਨ। ਅੱਜ ਕਈ ਸਿੱਖ ਨੌਜਵਾਨਾਂ ਨੂੰ ਇਹ ਸਮਝਣ ਦੀ ਬਹੁਤ ਲੋੜ ਹੈ ਕਿ ਦਸਤਾਰ ਸਜਾ ਕੇ ਹੀ ਇੱਕ ਸਿੱਖ ਨਵੇਕਲਾ ਹੈ, ਸ਼ਾਨੋ ਸ਼ੌਕਤ ਵਾਲਾ ਹੈ ਤੇ ਇੱਜ਼ਤ ਮਾਣ ਵਾਲਾ ਹੈ। ਸੀਸ ਉੱਤੇ ਸੋਹੇ ਦਸਤਾਰ, ਸਿੱਖੀ ਦਾ ਹੈ ਇਹ ਸੱਭਿਆਚਾਰ, ਇਸ ਦੀ ਲਾਜ ਬਚਾਉਣ ਲਈ ਜਾਨ ਵੀ ਦਈਏ ਇਸ ਤੋਂ ਵਾਰ, ਇਹ ਹੈ ਸੱਚੀ ਸੁੱਚੀ ਕਾਰ, ਪਗੜੀ ਤੋਂ ਜਾਈਏ ਬਲਿਹਾਰ। ਵਾਹਿਗੁਰੂ ਜੀ ਦੀ ਮਿਹਰ ਸਦਕਾ ਅੱਜ ਸਿੱਖਾਂ ਨੇ ਗੁਰਮਤ ਮਰਿਆਦਾ ਦੇ ਧਾਰਨੀ ਹੋ ਕੇ ਆਪਣੀ ਸਿੱਖਿਆਵਾਂ ਅਤੇ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੀ ਦਸਤਾਰ ਸਦਕਾ ਸਮੁੱਚੇ ਸੰਸਾਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਕਾਇਮ ਕਰ ਲਈ ਹੈ। ਅੱਜ ਸੰਸਾਰ ਭਰ ਵਿੱਚ ਐਸੇ ਕਈ ਮੁਲਕ ਹਨ ਜਿੱਥੇ ਸਿੱਖ ਦਸਤਾਰ ਦਿਵਸ ਟਰਬਨ ਡੇ ਦੇ ਨਾਂ ਤੋਂ ਮਨਾਇਆ ਜਾਂਦਾ ਹੈ, ਜਿੱਥੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਸਿਰ ਤੇ ਸਿੱਖੀ ਮਰਿਆਦਾ ਅਨੁਸਾਰ ਦਸਤਾਰ ਸਜਾਉਂਦੇ ਹਨ, ਜੋ ਕਿ ਹਰ ਸਿੱਖ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਹੋਰ ਚਾਰ ਕੱਕੇ ਭਾਵੇਂ ਹੋਣ ਪੂਰੇ, ਪਰ ਕੇਸਾਂ ਬਾਜ ਨਹੀਂ ਸਿੱਖੀ ਕਿਰਦਾਰ ਬਣਦਾ, ਕੇਸ ਰੱਖ ਕੇ ਸਿੱਖ ਤਾਂ ਬਣ ਸਕਦਾ, ਪਰ ਬੱਜੇ ਦਸਤਾਰ ਤੇ ਫੇਰ ਹੀ ਸਰਦਾਰ ਬਣਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।